friends and viewers, my name is Gurpreet Kaur. I am your IELTS trainer. How are you? I think you are good and I am also fine. In today's video, we are going to talk regarding the flow chart, that how to answer these kind of questions in the general training test of the reading. ਕਿਵੇਂ ਆਪਾਂ ਇਹਨਾਂ ਨੂੰ ਆਨਸਰ ਕਰ ਸਕਦੇ ਹਾਂ ਜਨਰਲ ਟ੍ਰੇਨਿੰਗ ਟੈਸਟ ਵਿੱਚ ਰੀਡਿੰਗ ਦੇ ਵਿੱਚ ਆਪਾਂ ਫਲੋ ਚਾਰਟਸ ਨੂੰ ਕਿਵੇਂ ਆਨਸਰ ਕਰ ਸਕਦੇ ਹਾਂ। ਇਹ ਹੁੰਦੇ ਆਲਮੋਸਟ ਫਿਲਪਸ ਵਰਗੇ ਹੀ ਹੁੰਦੇ ਆ, ਬਟ ਇਹ ਕਿ ਫਲੋ ਚਾਰਟ ਬਣਿਆ ਹੁੰਦਾ ਵੀ ਇੱਦੋਂ ਅੱਗੇ ਇੱਦਾਂ 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 ਫਿਰ ਉਹ ਸਾਰਾ ਕੁਝ। ਇਹਨਾਂ ਨੇ ਕੀ ਕਿਹਾ ਹੈ, ਚੂਜ਼ ਨੋ ਮੋਰ ਦੈਨ 2 words ਫਰੋਮ ਦ ਟੈਕਸਟ ਫॉर ਈਚ ਆਨਸਰ। 2 words ਤੋਂ ਜ਼ਿਆਦਾ ਵਰਡਸ ਆਪਾਂ ਨੇ ਚੂਜ਼ ਨਹੀਂ ਕਰਨੇ। ਜੇ ਆਪਾਂ 2 words ਤੋਂ ਜ਼ਿਆਦਾ ਲਿਖ ਦਿੱਤੇ ਦੈਨ ਆਪਣਾ ਆਨਸਰ ਗਲਤ ਹੈ। ਭਲਾ ਆਪਾਂ ਸਹੀ ਲੋਕੇਟ ਕੀਤਾ ਬਟ ਆਪਾਂ 1 word ਵੀ ਜ਼ਿਆਦਾ ਲਿਖ ਦਿੱਤਾ ਉਹਦੇ ਨਾਲੋਂ ਤਾਂ ਆਪਣਾ ਆਨਸਰ ਗਲਤ ਹੋਇਆ ਹੈ। ਹੁਣ ਆਪਾਂ ਇੱਧਰ ਦੇਖਦੇ ਹਾਂ, ਮੈਂ ਤੁਹਾਨੂੰ ਇਹ ਵਾਲੇ ਕੁਐਸਚਨਸ ਅਤੇ ਨਾਲ ਦੀ ਨਾਲ ਇਹ ਵਾਲੇ ਕੁਐਸਚਨਸ ਜਿਹੜੇ ਨੈਕਸਟ ਆ 21 to 27 ਇਹ ਵੀ ਮੈਂ ਤੁਹਾਨੂੰ ਨਾਲ ਹੀ ਦੱਸੂਗੀ ਇਸੇ ਵੀਡੀਓ ਦੇ ਵਿੱਚ। ਆਪਾਂ ਦੇਖਦੇ ਹਾਂ ਨੋ ਮੋਰ ਦੈਨ 2 words ਪ੍ਰੋਸੀਜਰ ਫॉर ਬਾਰਡਰ ਕ੍ਰਾਸਿੰਗ। ਜਿਹੜੇ ਫਿਲਪਸ ਹੁੰਦੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੁਐਸਚਨਸ ਰੀਡ ਕਰਦੇ ਹਾਂ, ਦੈਨ ਆਪਾਂ ਆਨਸਰਸ ਨੂੰ ਲੋਕੇਟ ਕਰਦੇ ਹਾਂ ਪੈਰਾਗ੍ਰਾਫਸ ਦੇ ਵਿੱਚੋਂ। ਪ੍ਰੋਸੀਜਰ ਫॉर ਬਾਰਡਰ ਕ੍ਰਾਸਿੰਗ, ਬਾਰਡਰ ਕ੍ਰਾਸਿੰਗ ਦੇ ਲਈ ਕੀ ਪ੍ਰੋਸੀਜਰ ਆ। ਬਿਫੋਰ ਸੈਟਿੰਗ ਆਫ ਟੂ ਸਪੀਡ ਅਪ ਬਾਰਡਰ ਕ੍ਰਾਸਿੰਗ ਯੂਜ਼ PAPS। ਮਤਲਬ ਸੈਟਿੰਗ ਆਫ ਘਰ ਤੋਂ ਨਿਕਲਣ ਤੋਂ ਪਹਿਲਾਂ, ਬੋਰਡ ਇਨ ਕਰਨ ਤੋਂ ਪਹਿਲਾਂ ਤੁਸੀਂ ਕੀ ਆ ਸਪੀਡ ਅਪ ਕਰਨ ਲਈ ਆਪਣੀ ਪ੍ਰੋਸੈਸ ਨੂੰ PAPS ਯੂਜ਼ ਕਰਨਾ ਹੈ। ਕੋਈ ਇਹਨਾਂ ਨੇ ਫੁੱਲ ਫਾਰਮ ਦਿੱਤੀ ਕਿਸੇ ਚੀਜ਼ ਦੀ, ਆਪਾਂ ਦੇਖ ਲੈਂਦੇ ਉੱਧਰ ਕੀ ਕਹਿੰਦੇ ਆ। ਫਿਰ ਦੈਨ ਫॉर ਦਿਸ ਸੈਂਡ ਯੂਰ ਡੈਸ਼ ਡਿਟੇਲਸ ਐਂਡ ਕਰੰਟ ਵਹੀਕਲ ਇੰਸਪੈਕਸ਼ਨ ਡਾਕੂਮੈਂਟਸ। ਫॉर ਦਿਸ ਸੈਂਡ ਯੂਰ ਡੈਸ਼ ਡਿਟੇਲਸ ਮਤਲਬ ਤੁਹਾਡੀਆਂ ਕੋਈ ਡਿਟੇਲਸ ਹੋਣੀਆਂ ਕਿਸੇ ਚੀਜ਼ ਦੀਆਂ, ਐਂਡ ਕਰੰਟ ਵਹੀਕਲ ਇੰਸਪੈਕਸ਼ਨ ਡਾਕੂਮੈਂਟਸ ਅਤੇ ਜਿਹੜੇ ਵਹੀਕਲ ਦੇ ਇੰਸਪੈਕਸ਼ਨ ਡਾਕੂਮੈਂਟ ਸੀਗੇ ਜਿਹੜੇ ਹੁਣੇ ਤੁਸੀਂ ਕਰਵਾਈ ਆ ਉਹਨੂੰ ਸੈਂਡ ਕਰਨਾ। ਹੁਣ ਆਪਾਂ ਇੱਧਰ ਲੋਕੇਟ ਕਰਦੇ ਹਾਂ ਆਨਸਰ। ਬਾਰਡਰ ਕ੍ਰਾਸਿੰਗ ਫॉर ਕਮਰਸ਼ੀਅਲ ਵਹੀਕਲਸ, ਜਿਹੜੇ ਕੀ ਆ ਇੱਕ ਡੋਮੈਸਟਿਕ ਹੁੰਦੇ ਇੱਕ ਕਮਰਸ਼ੀਅਲ ਹੁੰਦੇ, ਮਤਲਬ ਜਿਹੜੇ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦੇ ਆ। ਦ ਬਾਰਡਰ ਕ੍ਰਾਸਿੰਗ ਗਾਈਡ ਇਜ਼ ਡਿਜ਼ਾਈਨਡ ਫॉर ਡਰਾਈਵਰਸ ਐਂਡ ਮੋਟਰ ਕੈਰੀਜ਼ ਆਪਰੇਟਿੰਗ ਕਮਰਸ਼ੀਅਲ ਵਹੀਕਲ ਐਟ ਮਿਸ਼ੀਗਨਸ ਇੰਟਰਨੈਸ਼ਨਲ ਬਾਰਡਰ ਕ੍ਰਾਸਿੰਗ। ਮਿਸ਼ੀਗਨਸ ਦੇ ਵਿੱਚ ਜਿਹੜੀ ਬਾਰਡਰ ਕ੍ਰਾਸਿੰਗ 'ਤੇ ਹੁੰਦੀ ਆ। ਦਿਸ ਇਨਫੋਰਮੇਸ਼ਨ ਵਿਲ ਹੈਲਪ ਅਸ ਕ੍ਰਾਸ ਦ ਬਾਰਡਰ ਫਰੋਮ ਦ US ਇਨਟੂ ਕੈਨੇਡਾ ਐਂਡ ਫਰੋਮ ਕੈਨੇਡਾ ਇਨਟੂ ਦ US ਤੋਂ ਕੈਨੇਡਾ ਦੇ ਵਿੱਚ ਅਤੇ ਕੈਨੇਡਾ ਤੋਂ US ਦੇ ਵਿੱਚ ਆਪਾਂ ਆ ਸਕਦੇ ਹਾਂ। ਜਿਹੜੀ ਇਹ ਆ ਬਾਰਡਰ ਫਾਰਮ ਜਿਹੜਾ ਆ ਬਾਰਡਰ ਕ੍ਰਾਸਿੰਗ ਵਾਲੀ ਜਿਹੜੀ ਚੀਜ਼ ਆ। ਯੂਰ ਫਸਟ ਪੁਆਇੰਟ ਆਫ ਕੰਟੈਕਟ ਐਟ ਦ ਬਾਰਡਰ ਕੰਸਿਸਟ ਆਫ ਪ੍ਰਾਇਮਰੀ ਇੰਸਪੈਕਸ਼ਨ। ਪਹਿਲਾਂ ਤੁਹਾਡੀ ਪ੍ਰਾਇਮਰੀ ਇੰਸਪੈਕਸ਼ਨ ਕੀਤੀ ਜਾਊਗੀ। ਦ ਬੈਸਟ ਵੇ to clear customers at primary inspection to make sure customer gets information about your shipment before you set off। मतलब ਕੀ ਕਰਨਾ ਆਪਾਂ ਨੇ ਸ਼ਿਪਮੈਂਟ ਦੀਆਂ ਇਨਫੋਰਮੇਸ਼ਨ ਦੇ ਦੇਣੀ ਆ ਬਿਫੋਰ ਯੂ ਸੈਟ ਆਫ। ਇਹਨਾਂ ਨੇ ਕੀ ਕਿਹਾ ਸੀਗਾ, ਟੂ ਸਪੀਡ ਅਪ ਯੂਰ ਬਾਰਡਰ ਕ੍ਰਾਸਿੰਗ ਯੂਜ਼ PAPS। for this send your dash details and current vehicle inspection document। set off using the pre-arrival processing system। pre-arrival processing system, when using this you will need to provide information about your shipment and you also need to send proof of current annual inspection for your vehicle, tractor and trailer। मतलब ਹੁਣ ਇਹਦਾ ਕੀ ਆਨਸਰ ਆਇਆ, ਪ੍ਰੋਵਾਈਡ ਇਨਫੋਰਮੇਸ਼ਨ ਅਬਾਊਟ ਯੂਰ ਸ਼ਿਪਮੈਂਟ ਅਤੇ ਬਾਕੀ ਤੇ ਉਹਨੇ ਵਹੀਕਲ ਦੀ ਗੱਲ ਕੀਤੀ ਹੋਈ। ਆਪਾਂ ਨੇ ਕੀ ਕਰਨਾ, ਸੈਂਡ ਯੂਰ ਸ਼ਿਪਮੈਂਟ ਡਿਟੇਲਸ ਉਹਨਾਂ ਨੇ ਦੱਸਿਆ ਹੋਇਆ, ਸ਼ਿਪਮੈਂਟ ਆਪਾਂ ਨੇ ਇਕੱਲਾ ਲਿਖਣਾ ਸੀ। ਹੁਣ ਨੈਕਸਟ ਕੁਐਸਚਨ ਆਪਾਂ ਰੀਡ ਕਰਦੇ ਹਾਂ। ਬਿਫੋਰ ਅਰਾਈਵਿੰਗ ਐਟ ਬਾਰਡਰ, ਬਾਰਡਰ 'ਤੇ ਪਹੁੰਚਣ ਤੋਂ ਪਹਿਲਾਂ ਚੈੱਕ ਦੈਟ ਡਾਕੂਮੈਂਟ ਸੱਚ ਐਜ਼ ਡੈਸ਼ ਐਂਡ ਬਰਥ ਸਰਟੀਫਿਕੇਟ ਔਰ ਪਾਸਪੋਰਟ ਆਰ ਰੈਡੀ ਫॉर ਇੰਸਪੈਕਸ਼ਨ। ਇਹ ਚੈੱਕ ਕਰਨਾ ਹੈ ਜਿਵੇਂ ਬਰਥ ਸਰਟੀਫਿਕੇਟਸ ਹੋ ਗਏ ਅਤੇ ਪਾਸਪੋਰਟ ਹੋ ਗਿਆ, ਜਾਂ ਫਿਰ ਕੋਈ ਹੋਰ ਚੀਜ਼ ਹੋ ਕੇ ਇੰਸਪੈਕਸ਼ਨ ਦੇ ਲਈ ਰੈਡੀ ਹੋਵੇ। Before you arrive at the border, make sure you have all your paperwork up to date and ready to present and primary inspection। ਮਤਲਬ ਕੀ ਹੈ, ਸਾਰਾ ਤੁਹਾਡਾ ਪੇਪਰ ਵਰਕ ਸਹੀ ਹੈ ਅਤੇ ਤੁਸੀਂ ਉਹਨੂੰ ਪ੍ਰਜੈਂਟ ਕਰ ਸਕਦੇ ਆ। You will need a photo ID in addition to your birth certificate or passport। ਇੱਥੇ ਉਹਨਾਂ ਨੇ ਕੀ ਕਿਹਾ ਸੀ, such as dash birth certificate or passport। ਇੱਥੇ ਉਹਨਾਂ ਨੇ ਕਹਿ ਦਿੱਤਾ you will need a photo ID in addition to your birth certificate or passport। ਮਤਲਬ ਕੀ ਹੈ, ਫੋਟੋ ID ਆਪਾਂ ਨੂੰ ਚਾਹੀਦੀ ਹੋਊਗੀ। ID ਨੂੰ ਆਪਾਂ ਸਿੰਗਲ ਵਰਡ ਯੂਜ਼ ਕਰਦੇ ਹਾਂ, ਫੋਟੋ ID 2 words ਹੋ ਗਏ। ਦੈਨ ਮੇਕ ਸ਼ੋਰ ਦ ਡੈਸ਼ ਆਰ ਔਨ ਇਨਸਾਈਡ ਦ ਵਹੀਕਲ। ਕੋਈ ਚੀਜ਼ ਆ ਇਨਸਾਈਡ ਆ, ਮਤਲਬ ਕੋਈ ਚੀਜ਼ ਅੰਦਰ ਵਾਲੀ ਸਾਈਡ 'ਤੇ ਆ। ਡਰਾਈਵਰ ਮਸਟ ਆਲਸੋ ਟਰਨ ਔਨ ਇੰਟੀਰੀਅਰ ਲੈਬ ਲਾਈਟ
cab lights and open all mirror gaps or blinds to sleeper area for easy inspection. मतलब क्या, ड्राइवर मस्ट टर्न ऑन इंटीरियर कैब लाइट्स, मेक श्योर दैट आर ऑन इनसाइड द व्हीकल, मतलब लाइट्स या फिर कैब लाइट्स आ सकता, यही उन्होंने क्या, इंटीरियर मतलब अंदर, कैब लाइट्स होनी चाहिए अंदर। हुण आपां 18 क्वेश्चन पढ़ते हैं। चैक दैट द डैश इन द व्हीकल कैन बी ईजली सीन, कोई चीज़ या ईजली सीन की जा सके, कोई चीज़ हैगी उत्थे, आपां देखते हुण अगे इत्थों आपां पढ़िया सी एंड ओपन ऑल इंटीरियर ड्रेप्स और ब्लाइंड्स टू स्लीपर एरिया फॉर ईजी इंस्पैक्शन, स्लीपर एरिया की ईजी इंस्पैक्शन के लिए आपां नूं की सारे ड्रेप्स ते ब्लाइंड्स नूं आपां खोल देना है। इहदा आंसर आ गया स्लीपर एरिया। फिर अगे आ एट द बॉर्डर प्राइमरी इंस्पैक्शन दिस मे बी द ओनली स्टॉप इफ पेपर वर्क इज़ इन ऑर्डर, मतलब लास्ट स्टॉप होगा। नॉन US कैनेडियन सिटीजन्स मस्ट हैव अ वीज़ा एंड गो टू द डैश एरिया टू कंप्लीट एन I-94 कार्ड, मतलब किसी जगह ते हुण जाना पैना। इफ़ ऑल ऑफ योर पेपर वर्क इज़ इन ऑर्डर एंड वॉज प्रोसेस्ड ahead of time, you will be released at the primary lane and this may be your only stop. If you are not a Canadian or US citizen, a visa is obligatory and you will also be required to complete an I-94 card. I-94 cards are available only at border crossing into the United States. Drivers who clear customs at the primary inspection will be instructed to report to immigration, मतलब उस तो बाद अपने इमीग्रेशन वाल चले जाना है। फिर देयर इज़ अ डैश स्मॉल फॉर दिस टू रिसीव वर्बल क्लियरेंस, अगे उस तो बाद किया टू फिल आउट द I-94 कार्ड एंड रिसीव वर्बल क्लियरेंस फ्रॉम द US ऑफिशियल टू प्रोसीड इन टू द यूनाइटेड स्टेट, द चार्ज फॉर द I-90 कार्ड इज़ 6। इत्थे आपां नूं की करना पऊगा, चार्ज देना पऊगा, फिर उस तो बाद आपां नूं चार्ज देना पऊगा। एट द बॉर्डर सेकेंडरी इंस्पैक्शन देयर इज़ अ प्रॉब्लम विद पेपर वर्क, यू विल बी सेंट टू ट्रक इंस्पैक्शन। इफ़ योर पेपर वर्क इज़ नॉट इन ऑर्डर यू विल बी डायरेक्टेड टू सेकेंडरी इंस्पैक्शन। व्हेन यू गेट देयर लुक फॉर द साइंस फॉर ट्रक इंस्पैक्शन एंड फॉलो दिस। हुण अपने ए क्वेश्चन कंप्लीट हो चुके, हुण अपने नाल वाले क्वेश्चन कंप्लीट करके फिर आपां आंसर दे चैक करते हैं। नैक्सट क्वेश्चन की सीगे, कंप्लीट द नोट्स बिलो, चूज़ वन वर्ड ओनली फ्रॉम द टैक्सट फॉर ईच आंसर, मतलब एक ही वर्ड का आंसर आपने देना है। ये की एबसेंस इन द वर्क प्लेस से जोड़े लोग एबसेंट रहते हैं, एबसेंटिज्म होंगे वर्क प्लेस से, कई बार स्ट्रैस का करके कुछ होंगे इदा के। इंप्लॉइज राइट्स, इंप्लॉइज नूं किहड़े राइट्स मिलते हैं। हैल्प विद इशूज़ रिलेटेड टू डिसेबिलिटीज़, एग्जाम्पल प्रोविजन ऑफ अ सुटेबल डैश, डिसेबिलिटीज़ या तो आपको प्रोविजन मतलब आपको फैसिलिटी दी जाती है किसी चीज़ सुटेबल की होंगी है। अपेंडिक्स, डीलिंग विद एबसेंस इन द वर्क प्लेस, दिस अपेंडिक्स कंसीडर्स हाउ टू हैंडल प्रॉब्लम्स ऑफ एबसेंस एंड गिव्स गाइडेंस अबाउट ऑथराइज्ड एंड अनऑथराइज्ड एबसेंस ऑफ एम्प्लॉयज़ फ्रॉम वर्क। The organization should be aware of the all right of the employees and in particular the requirements of the Equality Act 2010 when making any decision about the absences of employees who are disabled। मतलब कि यार help with issues related to disabilities। हुण आपां अगे दे की कहंदे, in these cases the employer should consider that reasonable adjustment could be made in the workplace to help the employee। एडजस्टमेंट बना देनी चाहिए, कुछ एडजस्टमेंट करनी चाहिए। हुण आपां देखदे सुटेबल की जगह पर की लिख दो, दिस माइट बी समथिंग एज सिंपल एज सप्लाइंग एन एप्रोप्रिएट चेयर फॉर द यूज़ ऑफ द एम्प्लॉय। एप्रोप्रिएट सुटेबल चेयर मतलब की है प्रोविजन ऑफ अ सुटेबल चेयर, सही चेयर दी जाए उन्होंने ताकि की है वो एम्प्लॉय नूं औखा ना हो किसी भी चीज़ तो। प्रोविजन ऑफ अरेंजमेंट्स टू डील विद एनी वर्क रिलेटेड डैश, मतलब इदा दी कोई अरेंजमेंट्स कीतियां जानियां चाहिदियां है वर्क रिलेटेड कोई चीज़ नाल डील करन दे लई, वर्क रिलेटेड कोई चीज़ नूं कोप करन दे लई, कन्फ्रंट करन दे लई। इन केसेस वेयर एन एम्प्लॉय सफर फ्रॉम एलर्जी कॉज्ड बाय समथिंग इन द वर्क प्लेस
The employer should consider remedial action or a transfer to alternative work. Provision of arrangement to deal with any work related allergy. एलर्जी जी वर्क प्लेस तो कॉज हुई है या फिर क्या वर्क के प्लेस में चेंज कर देना चाहिए। ये की है एलर्जी, आंसर आया ना इहदा। टाइम ऑफ वर्क टू डील विद शॉर्ट टर्म प्रॉब्लम्स ऑफ डैश। टाइम ऑफ मतलब थोड़ा आपां फ्री टाइम दिता जाए, थोड़ा आपां हॉलीडेज दित्तियां जान ताकि आप शॉर्ट टर्म प्रॉब्लम्स ऑफ डैश नूं कोप कर सकीए। इफ द एबसेंस इज बिकॉज ऑफ टैंपरेरी डिफिकल्टीज रिलेटिंग टू डिपेंडेंट्स, the employee may be entitled to have time off under the provision of Employment Rights Act 1996. Time off to deal with short-term problems of dash. Temporary difficulties relating to dependents. Dependents मतलब की आ ਜਿਹੜੇ ਉਹਨਾਂ ਦੇ ਬੱਚੇ ਛੋਟੇ ਆ ਉਹਨਾਂ ਨੂੰ ਕਹਿੰਦੇ ਆ डिपेंडेंट चाइल्ड ਆਪਾਂ ਕਹਿੰਦੇ ਆ ਨਾ ਉਹ ਚੀਜ਼। ਉਸ ਤੋਂ ਬਾਅਦ possibility of arrangements that are dash to help with domestic responsibility। ਜਿਹੜੀਆਂ ਕੀ ਆ domestic responsibilities मतलब घर ਦੀਆਂ responsibilities ਨੂੰ complete ਕਰਨ ਦੇ ਲਈ। in cases where the employee has difficulty managing both work and home responsibilities, employees have the right to request flexible ways of working. Possibility of arrangements that are dash to help with domestic responsibilities that are flexible मतलब ਕੀ ਆ ਜਿਹਦੇ ਵਿੱਚ ਆਪਾਂ ਨੂੰ ਫਲੈਕਸੀਬਿਲਿਟੀ ਦਿੱਤੀ ਜਾਂਦੀ ਹੈ ਕਿ ਆਪਾਂ ਜਦੋਂ ਮਰਜ਼ੀ ਕੰਮ ਕਰ ਸਕਦੇ ਹਾਂ। ਦੈਟ ਆਰ ਫਲੈਕਸੀਬਲ। ਵਰਕ ਅਰੇਂਜਮੈਂਟਸ ਦੀ ਗੱਲ ਕੀਤੀ ਹੈ, ਜਿਵੇਂ ਕਿ ਉਹਨਾਂ ਨੇ ਜੋਬ ਸ਼ੇਅਰਿੰਗ ਦੀ ਗੱਲ ਕਰ ਦਿੱਤੀ, ਸੱਚ ਐਜ਼ ਜੋਬ ਸ਼ੇਅਰਿੰਗ ਐਂਡ ਇੰਪਲੋਇਰਸ ਮਸਟ ਹੈਵ ਅ ਗੁੱਡ ਬਿਜ਼ਨਸ ਰੀਜ਼ਨ ਫॉर ਰਿਜੈਕਟਿੰਗ ਐਨੀ ਸੱਚ ਐਪਲੀਕੇਸ਼ਨ। ਜੇ ਇੰਪਲੋਇਰ ਕੋਲ ਕੀ ਆ ਰੀਜ਼ਨ ਹੋਣਾ ਚਾਹੀਦਾ ਜੇ ਉਹਨੇ ਇਸ ਇੱਦਾਂ ਦੀ ਐਪਲੀਕੇਸ਼ਨ ਨੂੰ ਰਿਜੈਕਟ ਕਰਨਾ। ਨੈਕਸਟ ਆਪਾਂ ਕੁਐਸਚਨਸ ਦੇਖਦੇ ਹਾਂ। ਰੈਕਮੈਂਡੇਸ਼ਨਸ ਟੂ ਇੰਪਲੋਇਰਸ। ਇੰਪਲੋਇਰਸ ਨੂੰ ਕੀ ਸੁਜੈਸ਼ਨ ਦਿੰਦੇ ਆ ਹੁਣ। ਮੇਕ ਇਟ ਕਲੀਅਰ ਦੈਟ ਐਬਸੈਂਸ ਇਜ਼ ਅ ਪੋਸੀਬਲ ਰੀਜ਼ਨ ਫॉर ਡੈਸ਼। ਮਤਲਬ ਕੀ ਆ ਇਹ ਕਲੀਅਰ ਹੋਣਾ ਚਾਹੀਦਾ ਕਿ ਐਬਸੈਂਸ ਕਿਸੇ ਚੀਜ਼ ਦਾ ਰੀਜ਼ਨ ਹੋ ਸਕਦਾ ਹੈ। employers should investigate unexpected absence promptly and employees should be asked for an explanation at a return to work interview। मतलब कि एक्सप्लेनेशन मंगनी चाहिए ਆਪਾਂ ਨੂੰ in order to show both the employee concerned and the employees that absence is regarded as a serious matter and may result in dismissal। Clear? Make clear that absence is a possible reason for dash। ਇਹਨਾਂ ਨੇ ਕੀ ਹੈ result in dismissal। ਇਹਦਾ ਰਿਜ਼ਲਟ ਨਿਕਲ ਸਕਦਾ ਵੀ ਉਹਨੂੰ ਕਿ ਡਿਸਮਿਸ ਕਰ ਸਕਦੇ ਆਪਾਂ। ਆਸਕ ਇੰਪਲੋਈਜ਼ ਫॉर ਕੰਸੈਂਟ ਬਿਫੋਰ ਕੰਟੈਕਟਿੰਗ देयर ਡੈਸ਼। ਕੰਸੈਂਟ ਮਤਲਬ ਉਹਨਾਂ ਤੋਂ ਕਿਸੇ ਚੀਜ਼ ਦਾ ਪੁੱਛਣਾ ਵੀ ਉਹਨਾਂ ਤੋਂ ਪਰਮਿਸ਼ਨ ਲੈਣੀ ਕਿਸੇ ਚੀਜ਼ ਦੇ ਲਈ ਬਿਫੋਰ ਕੰਟੈਕਟਿੰਗ देयर ਡੈਸ਼। ਕਿਸੇ ਬੰਦੇ ਨੂੰ ਉਹਨਾਂ ਦੇ ਜਿਹੜਾ ਫੈਮਿਲੀ ਦੇ ਵਿੱਚ ਕੋਈ ਹੋ ਸਕਦਾ ਕਿਸੇ ਵੀ ਬੰਦੇ ਨੂੰ ਕੰਟੈਕਟ ਕਰਨ ਤੋਂ ਪਹਿਲਾਂ ਉਹਨਾਂ ਤੋਂ ਕੀ ਆ ਕੰਸੈਂਟ ਲੈਣਾ, ਉਹਨਾਂ ਤੋਂ ਪੁੱਛਣਾ। It is very important that persistent absence is dealt with firmly and consistently। मतलब ਜਿਹੜੀ ਰੋਜ਼ ਰਹਿੰਦੀ ਆ persistent ਆ ਜਿਹੜੀ ਚੀਜ਼ ਲਗਾਤਾਰ ਚੱਲਦੀ ਆ ਰਹੀ ਆ ਉਹਨੂੰ ਹੌਲੀ ਤੇ ਕੰਸਿਸਟੈਂਟਲੀ ਮਤਲਬ ਹੌਲੀ ਡੇਲੀ ਆਪਾਂ ਉਹਨੂੰ ਡੀਲ ਕਰੀਏ। ਰਿਕਾਰਡਸ showing lateness and the duration of and explanation for all spells of absence should be kept to help monitor levels of absence। मतलब कोई भी रिकॉर्ड दस दे ਆਪਾਂ ਨੂੰ रिकॉर्ड लेट आउंदा कोई बंदा नहीं प्रॉपरली काम करता ਉਹਦੇ डिटेल्स ਆਪਾਂ रख सकते हैं। और lateness if the employer wishes to contact the employee's doctor for more information about a medical condition, he or she must notify the employee in writing that they intend to make such an application and they must secure the employee's consent in writing। मतलब कंसेंट उन्होंने होना चाहिए किनू उन्होंने करना इंप्लॉइज़ दे डॉक्टर नू। जिहड़ी ए वाली अपॉस्ट्रोफ एस हुंदी ए शो करदी आ उन्हां दा देयर इंप्लॉइज़ दे देयर डॉक्टर नू जे आपां करनी आ गलबात ते उत्थे आपां नू की कंसेंट लैना पैना है। आइडेंटिफाई इंप्लॉइज़ अफेक्टेड बाय डैश एंड प्रोवाइड सपोर्ट। ਉਹ वाले इंप्लॉइज़ आपां ਲੱਭਣੇ ਆ ਜਿਹੜੇ कि किसी चीज़ ਨਾਲ अफेक्ट आ ते उन्हां नू की आ सपोर्ट देनी उन्हां नू ट्रीटमेंट देना। फिर उस तो बाद की कीता इन्हां राइटिंग दे विच consideration should be given to introducing measure to help employees regardless of a status or seniority who may be suffering from stress।
The aim should be to identify employees affected and encourage them to seek help and treatment. मतलब कि suffering from affected by stress, ਜਿਹੜੇ ਇੰਪਲੋਈਜ਼ ਨੂੰ ਸਟ੍ਰੈਸ ਹੋਈ ਆ ਉਹਨਾਂ ਨੂੰ ਪਹਿਲਾਂ ਆਪਾਂ ਲੱਭਣਾ ਆ, ਫਿਰ ਉਹਨਾਂ ਨੂੰ ਹੈਲਪ ਪ੍ਰੋਵਾਈਡ ਕਰਨੀ ਆ। ਹੁਣ ਆਪਾਂ ਨੇ ਇਹ ਵੀ ਕੁਐਸਚਨਸ ਕੰਪਲੀਟ ਹੋ ਗਏ। ਆਪਾਂ ਨੇ ਇਹ ਵਾਲੇ ਦੋਨੋਂ ਮੈਂ ਸਮਝਾ ਕੇ ਵੀ ਤੁਹਾਨੂੰ 16 ਮਿੰਟਸ ਦੇ ਵਿੱਚ ਆਪਣੇ ਕੰਪਲੀਟ ਹੋ ਗਿਆ। ਤੁਸੀਂ ਆਪ ਹੀ ਦੇਖ ਸਕਦੇ ਆ ਕਿ ਜੇ ਆਪਾਂ ਨਾ ਇੱਦਾਂ ਦੀ ਰੀਡਿੰਗ ਮਤਲਬ ਇੱਦਾਂ ਆਪਾਂ ਰੀਡਿੰਗ ਸਪੀਡ ਹੋਊਗੀ ਤਾਂ ਆਪਾਂ ਆਰਾਮ ਨਾਲ 40 ਦੇ 40 ਕੁਐਸਚਨ ਸਹੀ ਕਰ ਸਕਦੇ। ਹੁਣ ਆਪਾਂ ਇਹਨਾਂ ਦੇ ਆਨਸਰਸ ਚੈੱਕ ਕਰਦੇ ਆ। ਆਨਸਰ ਹੈਗੇ ਆ ਟੈਸਟ 1 ਆ 15 to 27 ਤੱਕ ਆਪਾਂ ਨੇ ਆਨਸਰ ਚੈੱਕ ਕਰਨੇ ਆ। ਇਹ ਰਿਹਾ ਆਪਣੇ ਕੋਲ, ਇਹ ਸੀਗਾ ਟੈਸਟ 2 ਅਤੇ ਇੱਧਰ ਆਪਣੇ ਕੋਲ ਹੈਗਾ ਟੈਸਟ 1। ਟੈਸਟ 1 15 ਹੈਗਾ ਸ਼ਿਪਮੈਂਟ, 16 ਫੋਟੋ ID। 15 ਸੀ ਸ਼ਿਪਮੈਂਟ, 16 ਸੀਗੀ ਫੋਟੋ ID। 17 कैब लाइट्स या फिर लाइट्स, कैब लाइट्स या फिर लाइट्स। दैन से अगला अपने को स्लीपर एरियाज, फिर हैगा स्लीपर एरियाज। दैन है 19 इमीग्रेशन, 19 इज़ इमीग्रेशन। 20 इज़ चार्ज, 20 चार्ज। फर्स्ट हैगा चेयर, एरिया चेयर। 22nd एलर्जी। 23rd डिपेंडेंट्स। 24 फ्लैक्सिबल। 25 डिसमिसल। 26 डॉक्टर। 27 स्ट्रेस। ये अपने किया सारे आंसर्स अपने सही हो गया, देख सकते हैं तुसी देखो ठीक है। आप सारे आंसर सही लोकेट किए हैं, सही आंसर्स आप फाइंड किए हैं, वो भी 16 मिनट्स के विच ही। एक या बहुत वड्डी गल होंदी है 16 मिनट या 15 मिनट के विच आपां एक पूरा सैक्शन कंप्लीट कर लेना, ताकि अपने को अहेड ऑफ टाइम रहना, अपने को लास्ट अपने को टाइम काफ़ी ज़्यादा बचिया रहे कि आप आंसर्स चैक कर सके, क्रॉस चैक भी कर सकते कई बार आप जे आपको किसी भी क्वेश्चन के डाउट होंदा है। ये सी अज की वीडियो, जो तुहानूं वीडियो वधिया लगी तो इनू लाइक कर दिओ, शेयर कर दिओ अपने फ्रेंड्स नाल जिहड़े भी आयल्स कर रहे हैं या जिन्हों ने भी आयल्स करनी है, जनरल ट्रेनिंग वाले स्टूडेंट्स स्पैशली जिन्होंने PR बेस पर लाना या फिर जिन्होंने वर्क परमिट अप्लाई करने आ, उन्होंने लिए ये बहुत वधिया वीडियो आ। तो इदा दी वीडियोज़ मैं होर भी बनाऊँगी, कोशिश करूँगी कि मैं पूरी रीडिंग की कदे वीडियो बनावा तुहानूं 1 आवर की, उहदे बट टाइम लग सकता थोड़ा जिहा। तो जे तुसीं अजे तक मेरा चैनल नहीं सबसक्राइब किया, इनू सबसक्राइब कर लिओ, नाल दी नाल बैल आइकन प्रेस कर दो, ताकि मैं जदों भी कोई भी नवी वीडियो अपलोड करा तुहानूं नोटिफिकेशन मिल जाए। तुसीं मैनूं अपना टाइम दिता, इहदे लई आई एम वेरी थैंकफुल टू यू गाइज़ एंड हैव अ नाइस डे।